ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਧ ਸੰਗਤ ਜੀ, ਹਰ ਰੋਜ਼ ਦੀ ਤਰ੍ਹਾਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ, ਭਗਤ ਕਬੀਰ ਜੀ ਦੀ। ਕੱਲ ਆਪਾਂ ਵਿਚਾਰ ਰਹੇ ਸੀ ਸਮਝਾਉਂਦੇ ਸੀ ਕਿ ਇੱਥੇ ਤੇਰਾ ਕੋਈ ਨਹੀਂ ਹੈ। ਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਆਰ। ਵੀ ਸਮਝਾਉਂਦੇ ਨੇ ਕਿ ਰਾਮ ਰਸ ਪੀਤਾ ਤੇ ਉਹਦੇ ਨਾਲ ਕੀ ਹੋਇਆ ਕਿ ਹੋਰ ਰਸ ਵਿਸਰ ਗਏ। ਪਰ ਪੀਤਾ ਕਿਵੇਂ ਹੈ? ਉੱਥੇ ਸਮਾ ਕੇ ਜਿੱਥੋਂ ਅਸੀਂ ਪੈਦਾ ਹੋਏ ਹਾਂ। ਜੇ ਤੇ ਉਪਜੀ ਤੇ ਰਚੀ, ਪੀਵਤ ਮਰਦਨ ਲਾਖ। ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈਰਾਗ। ਚਿੱਤ 'ਚ ਚੇਤਿਆ ਤੇ ਰਾਮ ਨੂੰ ਸਿਮਰਿਆ, ਕਿਉਂਕਿ ਮਨ ਦੇ ਵਿੱਚ ਵੈਰਾਗ ਸੀ। ਤੇ ਉੱਥੇ ਸਮਾਏ ਜਿੱਥੋਂ ਉਪਜੇ ਸੀ, ਤੇ ਉੱਥੇ ਫਿਰ ਇਹ ਰਾਮ ਰਸ ਪੀਤਾ, ਜਿਹਦੇ ਨਾਲ ਹੋਰ ਰਸ ਵਿਸਰ ਗਏ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਗੌੜੀ ਰਾਗ, ਗੌੜੀ ਆਪਾਂ ਵਿਚਾਰਨੀ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਰਹੋ ਪੰਕਤੀਆਂ ਨੇ। ਉਡੋ ਨਾ ਕਾਗਾ ਕਾਰੇ, ਵੇਗ ਮਿਲੀਜੈ ਆਪਣੇ ਰਾਮ ਪਿਆਰੇ। ਕਾਂ, ਕਾਲਾ ਕਾਂ, ਕਾਲੇ ਰੰਗ ਦਾ ਕਾਂ। ਕਿਉਂਕਿ ਸਾਡਾ ਜਿਹੜਾ ਮਨ ਹੈ, ਮਨ ਦੀ ਅਵਸਥਾ ਕੀ ਬਣ ਗਈ ਹੈ? ਕਾਂ ਦੀ ਨਿਆਈ। ਮਨ ਕਾਲਾ ਹੋ ਗਿਆ ਹੈ, ਸੰਸਾਰ ਨਾਲ ਜੁੜਿਆ ਹੈ, ਤ੍ਰੈ ਗੁਣਾਂ ਦੇ ਨਾਲ। ਇੱਥੇ ਨਿੰਦਾ, ਚੁਗਲੀ, ਤ੍ਰੈ ਗੁਣ ਮਾਇਆ। ਤੇ ਜਦੋਂ ਇੱਥੋਂ ਇਹ ਕਾਂ ਰੂਪ ਉੱਡ ਨਹੀਂ ਜਾਂਦਾ ਤੇ ਹੰਸ ਨਹੀਂ ਬਣ ਜਾਂਦਾ, ਤੇ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਇਸ ਕਰਕੇ ਹਰ ਇੱਕ ਜੀਵ ਲੋਚਦਾ ਹੈ ਕਿ ਮੇਰਾ ਉਹ ਰੂਪ ਪ੍ਰਗਟ ਹੋ ਜਾਵੇ ਜਿਹੜਾ ਪ੍ਰਕਾਸ਼ ਰੂਪ ਹੈ, ਜਿੱਥੇ ਸਾਡਾ ਮਨ ਹੰਸ ਬਣ ਜਾਂਦਾ ਹੈ। ਪਰ ਤਾਂ ਹੀ ਜੇ ਇਹ ਆਪਾਂ ਇੱਕ ਦ੍ਰਿਸ਼ਟ ਹੋਵਾਂਗੇ ਤੇ ਕਾਂ ਰੂਪ ਖਤਮ ਹੋ ਜਾਏਗਾ। ਜੇ ਆਪਾਂ ਕਹਿ ਦਈਏ ਕਾਂ ਉੱਡ ਗਿਆ ਤੇ ਹੰਸ ਆ ਕੇ ਬੈਠ ਗਿਆ। ਕਿਉਂਕਿ ਜਦ ਤੱਕ ਕਾਂ ਰੂਪ ਹੈ, ਪ੍ਰਭੂ ਨੂੰ ਨਹੀਂ ਮਿਲਾਪ ਹੁੰਦਾ। ਜਦੋਂ ਹੀ
ਕਾਂ ਉੱਡ ਗਿਆ, ਹੰਸ ਰੂਪ ਬਣ ਗਿਆ ਤੇ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਵੇਗ ਮਿਲੀ ਜੈ ਆਪਣੇ ਰਾਮ ਪਿਆਰੇ, ਕਿਉਂਕਿ ਫਿਰ ਅਸੀਂ ਲੋਚਦੇ ਹਾਂ ਉਸ ਪਿਆਰੇ ਰਾਮ ਨੂੰ ਮਿਲਣ ਦੇ ਵਾਸਤੇ, ਪਿਆਰੇ ਨੂੰ, ਪਰ ਤਾਂ ਹੀ ਮਿਲਾਂਗੇ ਜੇ ਸਾਡਾ ਕਾਂ ਰੂਪ ਖਤਮ ਹੋ ਜਾਏਗਾ, ਹੰਸ ਰੂਪ ਬਣ ਜਾਏਗਾ ਮਨ। ਆਓ ਅੱਗੇ ਸ਼ਬਦ ਸ਼ੁਰੂ ਕਰਦੇ ਹਾਂ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਹੁਣ ਪੰਥ ਰਸਤਾ ਜਿਹੜਾ ਹੈ, ਕਹਿੰਦੇ ਉਸ ਨੂੰ ਆਪਾਂ ਨਿਹਾਰਨਾ ਹੈ। ਕਿਹਨਾਂ ਦੁਆਰਾ ਨਿਹਾਰਨਾ ਹੈ? ਨੇਤਰਾਂ ਨਾਲ, ਕਿਉਂਕਿ ਮਾਰਗ ਕਿਹੜਾ ਹੈ? ਨੇਤਰਾਂ ਦਾ, ਲੋਚਨ ਦਾ। ਤੇ ਮਨ ਦੇ ਵਿੱਚ ਆਸ ਲੈ ਕੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਆਪਾਂ ਵਹਿੰਦੇ ਹਾਂ, ਇਸ ਮਾਰਗ 'ਤੇ ਚੱਲਦੇ ਹਾਂ, ਇਹਨੂੰ ਨਿਹਾਰਦੇ ਹਾਂ। ਅਤੇ ਇੱਥੇ ਕਿਉਂ ਨਿਹਾਰਦੇ ਹਾਂ? ਕਿ ਇੱਥੇ ਸਾਡਾ ਜਿਹੜਾ ਪ੍ਰਕਾਸ਼ ਰੂਪ ਪ੍ਰਗਟ ਹੋ ਜਾਵੇ, ਅਸੀਂ ਇੱਕ ਦ੍ਰਿਸ਼ਟ ਹੋ ਜਾਈਏ, ਸਾਡਾ ਜਿਹੜਾ ਮੁਖ ਹੈ ਪ੍ਰਕਾਸ਼ ਹੋ ਜਾਵੇ। ਉਰ ਨਾ ਭੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਅਤੇ ਜਦੋਂ ਇੱਥੇ ਬਹਿੰਦੇ ਹਾਂ, ਪੰਥ ਨਿਹਾਰਦੇ ਹਾਂ, ਅਤੇ ਮਨ ਸਾਡਾ ਜਿਹੜਾ ਹੈ ਟਿਕਾ ਦੇ ਵਿੱਚ ਰਹੇ, ਖਿੱਸੇ ਨਾ, ਉੱਧਰ ਅੱਧਰ ਨੂੰ ਨਾ ਜਾਵੇ। ਫਿਰ ਕੀ ਹੋਏਗਾ? ਹਰੀ ਦੇ ਦਰਸ਼ਨ ਦੀ ਆਸਾ ਰੱਖ ਕੇ ਜਦੋਂ ਬਹਿੰਦੇ ਹਾਂ, ਫਿਰ ਇਹ ਕਾਂ ਰੂਪ ਉੜ ਜਾਂਦਾ ਹੈ ਅਤੇ ਹੰਸ ਰੂਪ ਪ੍ਰਗਟ ਹੋ ਜਾਂਦਾ ਹੈ। ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ। ਅਤੇ ਬਾਬਾ ਕਬੀਰ ਸਮਝਾਉਂਦੇ ਨੇ ਕਿ ਆਪਾਂ ਜੀਵਨ ਪਦ, ਮਨੁੱਖਾ ਜੀਵਨ ਆਪਣੇ ਕੋਲ ਹੈ, ਲੇਕਿਨ ਆਪਣੇ ਨਾਲ ਸਦੀਵੀ ਜੀਵਨ ਜਿਹੜਾ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਮਨੁੱਖਾ ਜਨਮ ਥੋੜ੍ਹੇ ਸਮੇਂ ਵਾਸਤੇ ਹੈ ਆਪਣਾ, ਪਰ ਇੱਕ ਜਿੱਥੇ ਸਾਡਾ ਸਦਾ ਹੀ ਜੀਵਨ ਹੋ ਜਾਣਾ ਹੈ। ਉਹ ਜੀਵਨ ਕਿਸ ਦਾ? ਜਿਸ ਮਨ ਨੇ 84 ਲੱਖ ਜੂਨਾਂ ਦੇ ਗਰਭ ਤੋਂ ਆਜ਼ਾਦ ਹੋ ਜਾਣਾ ਹੈ, ਸਦਾ ਫਿਰ ਜੀਵਨ ਹੈ। ਉਸ ਜੀਵਨ ਪਦ ਕਾਰਨ ਅਸੀਂ ਹਰੀ ਦੀ ਭਗਤ ਕਰਦੇ ਹਾਂ, ਭਗਤੀ ਕਰਦੇ ਹਾਂ। ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ। ਏਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਰਵੀਜੈ। ਇੱਕ ਆਧਾਰ ਨਾਮ ਨੂੰ ਬਣਾ ਲੈਣਾ ਹੈ। ਕਿਸ ਦੇ ਨੂੰ? ਪਰਮੇਸ਼ਰ ਦੇ, ਨਾਰਾਇਣ ਦੇ। ਅਤੇ ਜਦੋਂ ਅਸੀਂ ਉਸ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ, ਫਿਰ ਰਸਨਾ ਦੁਆਰਾ ਉਸ ਦੇ ਗੁਣ ਗਾਉਂਦੇ, ਸਿਫਤ ਸਲਾਹ ਕਰਦੇ ਹਾਂ, ਉਸ ਰਸ ਨੂੰ ਪੀਂਦੇ ਹਾਂ। ਅਤੇ ਰਸਤਾ ਅਸੀਂ ਨਿਹਾਰਦੇ ਹਾਂ ਆਪਣਾ ਨੇਤਰਾਂ ਦੁਆਰਾ। ਜਦੋਂ ਮਨ ਮੁਖ ਪ੍ਰਕਾਸ਼ ਹੋ ਗਿਆ ਅਤੇ ਪ੍ਰਭੂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦ ਤੱਕ ਮੁਖ 'ਤੇ ਛਾਈ ਹੈ, ਕਾਲਾ ਹੈ, ਉਦੋਂ ਤੱਕ ਪ੍ਰਭੂ ਦੇ ਦਰਸ਼ਨ ਨਹੀਂ। ਇਸ ਕਰਕੇ ਜੀਵ ਲੋਚਦਾ ਹੈ ਕਿ ਮੇਰਾ ਰੂਪ ਪ੍ਰਕਾਸ਼ ਹੋ ਜਾਵੇ, ਇੱਕ ਰੂਪ ਮੇਰਾ ਖਤਮ ਹੋ ਜਾਵੇ। ਆਓ ਅੱਗੇ ਫਿਰ ਗੌੜੀ, ਰਾਗ ਗੌੜੀ ਹੈ 11ਵੀਂ। ਹੋ ਸਕਦਾ 10 ਗੌੜੀ ਆਪਾਂ ਪਿੱਛੇ ਵਿਚਾਰੀਆਂ ਹੋਣ, ਇਹ 11 ਨਾਲ ਲਿਖਿਆ ਹੈ। ਰਹੋ ਪੰਕਤੀਆਂ ਨੇ। ਤੋਹੇ ਚਰਨ ਮਨ ਲਾਗੋ, ਸਾਰਿੰਗ ਤਰ, ਸੋ ਮਿਲੈ ਜੋ ਬੜ ਭਾਗੋ। ਜੋ ਬੜਭਾਗਾ ਹੈ ਉਸ ਨੂੰ ਮਿਲਦਾ ਹੈ ਪ੍ਰਭੂ ਨੂੰ, ਅਤੇ ਫਿਰ ਉਹਦਾ ਮਨ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ। ਤੋਹੇ ਚਰਨ ਮਨ ਲਾਗੋ, ਸਾਰਿੰਗ ਤਰ। ਉਹ ਪਰਮੇਸ਼ਰ, ਜਿਸ ਨੂੰ ਸਾਰਿੰਗ ਤਰ ਵੀ ਕਹਿ ਦਿੱਤਾ, ਸਾਰਿੰਗ ਪਾਣੀ ਵੀ ਕਹਿ ਦਿੱਤਾ ਹੈ, ਬਹੁਤ ਸਾਰੇ ਨਾਮ ਨੇ। ਜਦ ਉਸ ਦੇ ਚਰਨਾਂ ਦੇ ਵਿੱਚ ਮਨ ਲੱਗਦਾ ਹੈ, ਪਰ ਲੱਗਦਾ ਕਿਸ ਦਾ ਹੈ? ਸੋ ਮਿਲੈ ਜੋ ਬੜ ਭਾਗੋ। ਜੋ ਬੜ ਭਾਗਾਂ ਵਾਲਾ ਹੈ, ਵੱਡੇ ਭਾਗਾਂ ਵਾਲਾ, ਉਹ ਫਿਰ ਉਸ ਪ੍ਰਭੂ ਨੂੰ ਮਿਲਦਾ ਹੈ। ਇਹ ਰਹੋ ਪੰਕਤੀਆਂ ਨੇ। ਕਿੱਥੇ ਵੱਸਦਾ ਪ੍ਰਭੂ? ਆਸ ਪਾਸ ਕਨ ਤੁਰਸੀ ਕਾ ਬਿਰਵਾ,
ਮਾਜ ਬਨਾ ਰਸ ਗਾਉਂ ਰੇ। ਆਲੇ ਦੁਆਲੇ ਤੁਲਸੀ ਦੇ ਬੂਟੇ ਨੇ, ਦਰਖਤ ਨੇ। ਜੋ ਇਹ ਸੰਸਾਰ ਹੈ ਬਾਹਰ, ਤੇ ਉਹ ਦਰਖਤਾਂ ਦੇ ਵਿੱਚ ਹੀ ਇਹ ਉਹ ਗਾਂ ਹੈ ਜਿਸ ਨੂੰ ਬਨਾਰਸ ਕਹਿ ਦਿੱਤਾ ਹੈ। ਉਆ ਕਾ ਸਰੂਪ ਦੇਖ ਮੋਹਿ ਗੁਆਰਨ, ਮੋਕੋ ਛੋੜ ਨਾ ਆਊ ਨਾ ਜਾ। ਕਿਉਂਕਿ ਆਲੇ ਦੁਆਲੇ ਆਪਾਂ ਧਿਆਨ ਜਾਂਦੇ ਹਾਂ, ਇਹ ਸੰਸਾਰ ਹੈ। ਸੰਸਾਰ ਨੂੰ ਦਰਖਤ ਕਿਹਾ ਹੈ, ਬਿਰਵਾ ਕਿਹਾ ਹੈ। ਤੇ ਜਦੋਂ ਆਪਾਂ ਆਲਾ ਦੁਆਲਾ ਛੱਡ ਕੇ ਆਪਣੇ ਘਰ ਨੂੰ ਵਿਚਾਲੇ ਜਾਂਦੇ ਹਾਂ ਸਿੱਧੇ ਰਸਤੇ, ਤੇ ਉਹ ਘਰ ਜਿਹੜਾ ਹੈ ਉਹ ਮਾਲਕ ਦਾ ਘਰ ਹੈ। ਤੇ ਉਹ ਫਿਰ ਉੱਥੇ ਸਰੂਪ ਪ੍ਰਭੂ ਦੇ ਦਰਸ਼ਨ ਹੁੰਦੇ ਨੇ, ਪ੍ਰਕਾਸ਼ ਦੇ। ਵਾਹ ਕਾ ਸਰੂਪ ਦੇਖ ਮੋਹਿ ਗੁਆਰਨ, ਕਹਿੰਦੇ ਉਹਦਾ ਦੇਖ ਕੇ ਮੋਹ ਦੇ ਵਿੱਚ ਫਸ ਜਾਂਦੀ ਹੈ ਜੀਵ ਇਸਤਰੀ। ਆਪਾਂ ਨੂੰ ਗੁਆਰਨ ਕਹਿ ਦਿੱਤਾ ਹੈ। ਮੋਹ ਕੋ ਛੋੜ ਨਾ ਆਹੂ ਨਾ ਜਾਹੂ ਰੇ, ਕਹਿੰਦੇ ਹੁਣ ਮੈਂ ਉਸ ਨੂੰ ਛੱਡ ਕੇ ਆਵਣ ਜਾਵਣ ਦੇ ਵਿੱਚ ਨਹੀਂ ਪੈਣਾ ਚਾਹੁੰਦੀ, ਕਿਉਂਕਿ ਉਸ ਨੂੰ ਜਾਣ ਲਿਆ। ਵਿਚਾਲੇ ਜਾ ਕੇ ਇਹ ਗਿਆਨ ਲੈ ਕੇ ਉਸ ਨੂੰ ਜਾਣ ਲਿਆ, ਮਨ ਉਸ ਦੇ ਚਰਨਾਂ ਨਾਲ ਜੁੜ ਗਿਆ ਵਡਭਾਗੇ ਦਾ, ਤੇ ਹੁਣ ਉਸ ਨੂੰ ਛੱਡਣਾ ਨਹੀਂ ਚਾਹੁੰਦੀ, ਆਵਣ ਜਾਵਣ ਦੇ ਵਿੱਚ ਨਹੀਂ ਪੈਣਾ ਚਾਹੁੰਦੀ। ਬ੍ਰਿੰਦਾਵਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ। ਬ੍ਰਿੰਦਾਵਨ ਹੈ ਉਸ ਘਰ ਨੂੰ ਜਿੱਥੇ ਕ੍ਰਿਸ਼ਨ ਜੀ ਦਾ ਨੇ ਇਹ ਰੰਗ ਕੀਤਾ ਹੈ, ਖੇਲ ਕੀਤਾ ਹੈ। ਕਿਹੜਾ ਖੇਲ ਕੀਤਾ ਹੈ? ਜਿੱਥੇ ਪਾਰਜਾਤ ਗੋਪੀਆਂ ਲੈ ਕੇ ਆਇਆ ਸੀ। ਤੇ ਉੱਥੇ ਜਿਹਨੂੰ ਮਹਾਰਾਜ ਸਮਝਾਉਂਦੇ ਨੇ कि वृंदावन पारजात गोपी ला आया वृंदावन में रंग किया। पारजात गोपी लैके आया सी, यजुर्वेद दे विच है। यजुर्वेद जिहड़ा है ये दुआपर युग दे विच होया है। जुजमै जोर श्री चंद्रावल कान किशन जादव पिया, पारजात गोपी ला आया वृंदावन में रंग किया। वो वृंदावन है जिहड़ा वो कृष्ण है कौन? कान है कौन? आत्मा। एक कृष्ण सर्वदेवा देव देवता आत्मा, आत्मा वासुदेव सजे को जाने प्यो। नानक ताका दास है सोई निरंजन देव। इस करके जो साड़ी आत्मा है वो फिर साडे मन नू, जो मन है साडे मन नू गऊ कह दिता है। फिर इत्थे साडे मन नू वो भोजन चारदा है। आत्मा साडे मन नू चारदी है उन्हां नू जिहड़ा किसी नाल वैर विरोध नहीं करदे, जिहड़े नीवें होके चलदे ने, जिवें गां है। ते ये जिहड़े काम क्रोध मोह ने इन्हां नू जंगल दे जानवर कह दिता है, जिन्हां तो फिर आत्मा साडा बचा करदी है ते सानू भोजन दिंदी है। केड़ा भोजन? नाम दा। वृंदावन मन हरन मनोहर, उत्थे मन नू हरन वाला ओ मनोहर मालक जिहड़ा मन नू मोहण वाला है। कृष्ण चरावत गाऊ रे, कहंदे उत्थे फिर वो साडे मन नू भोजन दिंदा है। जा का ठाकुर तू ही सारंग तर, मोहे कबीरा नाउ रे। जिहदा ठाकुर परमेश्वर हो जाता है, किहदा हुंदा है? जिहड़ा उसनू मोह लैंदा है, जिहड़ा उसनू लभ लैंदा है। आले दुआले जिवें दरख्त होण, दरख्तां दे विच लुकिया घर होवे, इदां ही साडा जिहड़ा घर है जिथे मालक वसदा है, गुप्त है। जदों असीं आला दुआला छड्ड के विच जांदे हां संसार तो,
ਤੇ ਦਰਖਤ ਸੰਸਾਰੀ ਸਰੀਰਾਂ ਨੂੰ ਕਹਿ ਦਿੱਤਾ ਹੈ, ਜਾਂ ਆਪਣਾ ਸਰੀਰ ਵੀ ਦਰਖਤ ਹੈ। ਜਦੋਂ ਅਸੀਂ ਆਲਾ ਦੁਆਲਾ ਛੱਡ ਕੇ ਸਿੱਧੇ ਰਸਤੇ ਜਾਂਦੇ ਹਾਂ ਆਪਣੇ ਘਰ ਦੇ ਵਿੱਚ, ਫਿਰ ਉਸ ਰੂਪ ਦੇ ਦਰਸ਼ਨ ਹੁੰਦੇ ਨੇ ਜਿੱਥੇ ਮਨ ਨੂੰ ਮੋਹ ਜਾਂਦਾ ਹੈ, ਤੇ ਫਿਰ ਅਸੀਂ ਉਸ ਪ੍ਰਭੂ ਦੇ ਹੋ ਜਾਂਦੇ, ਉਹ ਸਾਡਾ ਠਾਕੁਰ ਹੋ ਜਾਂਦਾ ਹੈ। ਸਾਨੂੰ ਗਵਾਰਨ ਕਹਿ ਦਿੱਤਾ ਹੈ। ਜਿਹੜੇ ਉਸ ਨਾਲ ਪਿਆਰ ਪਾ ਲੈਂਦੇ ਨੇ, ਉੱਥੇ ਫਿਰ ਜੀਵਾਂ ਨੂੰ ਆਪ ਪ੍ਰਭੂ ਗਿਆਨ ਦਿੰਦਾ ਹੈ। ਆਤਮਾ ਸਾਡੀ ਸਾਨੂੰ ਗਿਆਨ ਦਿੰਦੀ ਹੈ। ਆਓ ਅੱਗੇ ਗੌੜੀ ਪੂਰਬੀ ਹੈ 12, ਗੌੜੀ ਪੂਰਬੀ 12। ਰਹੋ ਪੰਕਤੀਆਂ ਨੇ, ਜੀਰੇ ਜਾਹੇਗਾ ਮੈਂ ਜਾਨਾ, ਅਵਗਤ ਸਮਝ ਆਨਾ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਇੱਕ ਦਿਨ ਚਲੇ ਜਾਣਾ ਹੈ। ਇਹ ਪਤਾ ਹੈ ਸਭ ਨੂੰ ਕਿ ਆਪਾਂ ਇੱਕ ਦਿਨ ਚਲੇ ਜਾਣਾ ਸੰਸਾਰ ਦੇ ਵਿੱਚ। ਮਨੁੱਖਾ ਦੇਹ ਹੀ ਮਿਲੀ ਹੈ, ਇਹ ਰਹਿਣੀ ਨਹੀਂ ਹੈ। ਇਸ ਕਰਕੇ ਇੱਥੇ ਅਵਗਤ ਨੂੰ ਸਮਝਣਾ ਹੈ। ਅਵਗਤ ਇੱਕ ਗਤ ਹੈ, ਇੱਕ ਅਵਗਤ। ਇੱਕ ਆਪਾਂ ਜਿਹਦੇ ਬਾਰੇ ਕਹਿ ਸਕਦੇ ਹਾਂ, ਲਿਖ ਸਕਦੇ ਹਾਂ। ਇੱਕ ਹੈ ਜਿਸ ਨੂੰ ਸਿਰਫ ਦੇਖਿਆ ਜਾ ਸਕਦਾ ਹੈ, ਜਿਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਜਿਹਦੇ ਬਾਰੇ ਲਿਖਿਆ ਨਹੀਂ ਜਾ ਸਕਦਾ। ਅਵਗਤ, ਪਰਮੇਸ਼ਰ ਨੂੰ ਅਵਗਤ ਕਿਹਾ ਵੀ ਉਸ ਨੂੰ ਸਮਝਣਾ ਹੈ। ਅਵਗਤ ਸਮਝ ਆਨਾ, ਉਸ ਨੂੰ ਗਿਆਨ ਲੈ। ਜਤ ਕਤ ਦੇਖੂੰ ਬਹੁਰ ਨਾ ਪੇਖੂੰ, ਸੰਗ ਮਾਇਆ ਲਪਟਾਨਾ। ਉਹ ਕਹਿ ਸਮਝਾਉਂਦੇ ਨੇ ਕਿ ਜੀਵ ਦੀ ਹਾਲਤ ਕੀ ਹੈ। ਵੀ ਜਿੱਧਰ ਵੀ ਦੇਖਦੇ ਹਾਂ, ਜਤ ਕਤ ਦੇਖੂੰ ਬਹੁਰ ਨਾ ਪੇਖੂੰ, ਵੀ ਹੋਰ ਨਹੀਂ ਕਿਸੇ ਨੂੰ ਦੇਖਦੇ। ਜੀਵ ਸਿਰਫ ਮਾਇਆ ਦੇ ਵਿੱਚ ਹੀ ਲਪਟਿਆ ਹੈ, ਤੇ ਮਾਇਆ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ। ਇਸ ਕਰਕੇ ਸਮਝਣਾ ਹੈ, ਗਿਆਨ ਲੈਣਾ ਹੈ ਅਵਗਤ ਦਾ, ਉਸ ਪ੍ਰਭੂ ਦਾ। ਅਵਗਤ ਅਗੋਚਰ ਜੋ ਮਾਲਕ ਹੈ, ਇਹ ਸਾਨੂੰ ਸਮਝਾਇਆ ਹੈ ਰਹੋ ਪੰਕਤੀਆਂ ਦੇ ਵਿੱਚ। ਆਓ ਸਮਝਦੇ ਹਾਂ ਅੱਗੇ ਸ਼ਬਦ ਦੇ ਵਿੱਚ ਕੀ ਸਮਝਾਉਂਦੇ ਨੇ, ਕਿਹਨਾਂ ਨੂੰ ਸਮਝਾਉਂਦੇ ਨੇ। ਵਿਪਲ ਬਸਤਰ ਕੇਤੇ ਹੈ ਪਹਿਰੇ, ਕਿਆ ਮਨ ਵੱਧੇ ਵਾਸਾ, ਕਿਆ ਬਨ ਮੱਧੇ ਬਾਸਾ। ਕੱਪੜੇ ਪਾ ਲੈਂਦੇ ਕਿਹੜੇ ਪੇਖੀਆਂ ਵਾਲੇ, ਬੜੇ ਬੜੇ ਚੋਲੇ ਪਾ ਲੈਂਦੇ ਦਿਖਾਵੇ ਦੇ ਕੇ ਅਸੀਂ ਸੰਤ ਹਾਂ, ਸਾਧੂ ਹਾਂ, ਸੰਨਿਆਸੀ ਹਾਂ। ਉਸ ਸਮੇਂ ਦੇ ਜੰਗਲਾਂ ਨੂੰ ਚਲੇ ਜਾਂਦੇ ਛੱਡ ਕੇ ਘਰ-ਬਾਰ। ਕਹਾਂ ਭਇਓ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ। ਤੇ ਸਮਝਾਉਂਦੇ ਨੇ ਕਿ ਨਰ ਇਨਸਾਨ ਇਹ ਭਰਮ ਦੇ ਵਿੱਚ ਪਿਆ ਹੈ। ਸਿਰਫ ਕਿੱਥੇ ਤੱਕ ਸੀਮਤ ਹੈ, ਤੀਰਥਾਂ ਤੇ ਚਲੇ ਗਿਆ, ਇਸ਼ਨਾਨ ਕਰ ਲਿਆ, ਦੇਵੀ ਦੇਵਤਿਆਂ ਦੀ ਪੂਜਾ ਕਰ ਲਈ, ਧੂਪਾਂ ਲਾ ਦਿੱਤੀਆਂ, ਧੁਖਾ ਦਿੱਤੀਆਂ, ਤੇ ਬਾਹਰੀ ਦਿਖਾਵਾ ਕਰ ਦਿੱਤਾ, ਬਸਤਰ ਪਹਿਨ ਲਏ, ਜਾਂ ਸੰਸਾਰ ਨੂੰ ਛੱਡ ਕੇ ਜੰਗਲ ਚਲੇ ਗਏ। ਇਹ ਜਿਹਾ ਪਖੰਡ ਕਰਦੇ ਨੇ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਤੰਦਾ। ਕਹਿੰਦੇ ਗਿਆਨੀ ਧਿਆਨੀ ਆਪਣੇ ਆਪ ਨੂੰ ਦਿਖਾਉਂਦੇ ਨੇ, ਉਪਦੇਸ਼ ਦਿੰਦੇ ਨੇ। ਇਸ ਸੰਸਾਰ ਨੇ ਇੱਕ ਤੰਦਾ ਬਣਾ ਲਿਆ ਹੈ। ਕੋਈ ਕਿਤੇ ਨੂੰ ਜਾਂਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਕੱਪੜੇ ਦਿਖਾਵਾ ਕੀਤਾ ਹੈ, ਪੇ ਕੀਤਾ ਹੈ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਅੰਧਾ। ਪਰ ਰਾਮ ਨਾਮ ਦਾ ਭੇਤ ਨਾ ਹੋਣ ਕਰਕੇ, ਉਸ ਨੂੰ ਨਾ ਸਮਝਣ ਕਰਕੇ, ਕਹਿੰਦੇ ਇਹ ਜਗ ਅੰਧਾ ਹੈ, ਮਾਇਆ ਦੇ ਨਾਲ ਹੀ ਲਪਟਿਆ ਹੈ, ਕਿਉਂਕਿ ਪਰਮੇਸ਼ਰ ਇਹਨੂੰ ਨਜ਼ਰ ਨਹੀਂ ਆਉਂਦਾ, ਉਸ ਨੂੰ ਸਮਝਣਾ ਵੀ ਨਹੀਂ ਚਾਹੁੰਦਾ।
ਤੇ ਸਤਿਗੁਰੂ ਬਾਬਾ ਕਬੀਰ ਸਮਝਾਉਂਦੇ ਨੇ ਵੀ ਭਾਈ ਤੂੰ ਉਹਨੂੰ ਸਮਝੋ, ਤੂੰ ਜਾਣ, ਪਰ ਉਹਨੂੰ ਕੋਈ ਜਾਣਦਾ ਨਹੀਂ। ਜਿੱਧਰ ਵੀ ਦੇਖਦੇ ਹਾਂ ਸਭ ਮਾਇਆ ਦੇ ਨਾਲ ਹੀ ਮਨ ਲਪਟਿਆ ਹੋਇਆ ਹੈ। ਭੇਖ ਬਹੁਤ ਹੈ, ਅੱਜ ਤੋਂ ਨਹੀਂ ਭੇਖ ਆ ਰਿਹਾ। ਗੁਰਬਾਣੀ ਦੇ ਵਿੱਚ ਜਦੋਂ ਦੱਸਿਆ ਹੈ, ਜੋ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਬਹੁਤ ਭੇਖੀ ਸੀ, ਤੇ ਗੁਰਬਾਣੀ ਦੇ ਵਿੱਚ ਭੇਖ ਦਾ ਬਹੁਤ ਵਿਰੋਧ ਹੈ। ਤੇ ਜਿਹੜੇ ਪ੍ਰਭੂ ਦੇ ਨਾਲ ਮਿਲਾਪ ਕਰ ਲੈਂਦੇ ਨੇ, ਉਹ ਕੋਈ ਦਿਖਾਵਾ ਨਹੀਂ ਕਰਦੇ, ਉਹ ਕੋਈ ਭੇਖ ਨਹੀਂ ਕਰਦੇ। ਉਹ ਆਏ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਰੱਬ ਨੂੰ ਮਿਲੇ ਹੋਏ ਹਾਂ, ਅਸੀਂ ਸੰਤ ਹਾਂ, ਸਾਧੂ ਹਾਂ। ਕਿਉਂਕਿ ਉਹ ਤਾਂ ਜੇ ਕੋਈ ਜੀਵ ਉਹਨਾਂ ਨੂੰ ਕੋਈ ਪ੍ਰਭੂ ਨੂੰ ਮਿਲਣ ਵਾਲਾ ਹੋਵੇ, ਉਸ ਨੂੰ ਗਿਆਨ ਦੇ ਦਿੰਦੇ ਨੇ, ਲੇਕਿਨ ਦਿਖਾਵਾ ਭੇਖ ਨਹੀਂ ਕਰਦੇ। ਜਿਹੜਾ ਭੇਖ ਕਰਦੇ ਨੇ ਉਹ ਸਿਰਫ ਮਾਇਆ ਵਾਸਤੇ ਹੀ ਕਰਦੇ ਨੇ। और फिर अगला शब्द है गौड़ी फिर 12। रहो पंक्तियां ने डगमग सार रे मन बौरा। हे कमले मन, डगमगाउणा छड़ दे। अब तो जरे मरे सिद्ध पाइया, लीनो हाथ संदोरा। ਵੀ ਹੁਣ ਡਗ ਮਗਾਉਣਾ ਛੱਡ ਦੇ, ਹੁਣ ਤਾਂ ਤੈਂ ਸਿੱਖ ਲਿਆ ਹੈ ਕਿ ਕਿਵੇਂ ਮਰਨਾ ਹੈ, ਕਿਵੇਂ ਆਪਾ ਖਤਮ ਕਰਨਾ ਹੈ। ਕਿਉਂਕਿ ਇਹਦੇ ਦੁਆਰਾ ਸਿੱਧ ਪ੍ਰਾਪਤ ਹੋ ਗਈ, ਜਰਨਾ ਮਰਨਾ ਸਿੱਖ ਲਿਆ, ਗਿਆਨ ਨੂੰ ਜਰ ਲੈਣਾ, ਗੁਰ ਦੇ ਗਿਆਨ ਦੁਆਰਾ ਮਨ ਨੂੰ ਮਰਨਾ ਇਹ ਸਿੱਖ ਲਿਆ। ਹੁਣ ਡਗ ਮਗਾਉਣਾ ਛੱਡ ਦੇ, ਹੁਣ ਤਾਂ ਲੀਨੋ ਹਾਥ ਸੰਧਾਰਾ। ਵੀ ਹੁਣ ਤਾਂ ਤੂੰ ਉਸ ਪ੍ਰਭੂ ਦਾ ਗਿਆਨ ਅੱਗੇ ਦੇ, ਹੁਣ ਆਪਣਾ ਡਗ ਮਗਾਉਣਾ ਛੱਡ ਦੇ। ਹੁਣ ਤਾਂ ਤੈਨੂੰ ਤਾਂ ਸਿੱਧ ਪਾ ਲਈ, ਉਸ ਪ੍ਰਭੂ ਨੂੰ ਜਾਣ ਲਿਆ, ਪ੍ਰਭੂ ਨੇ ਤੈਨੂੰ ਇਹ ਗਿਆਨ ਵੀ ਦੇ ਦਿੱਤਾ। ਹੁਣ ਤੂੰ ਅੱਗੇ ਗਿਆਨ ਦੇ, ਨਾ ਕਿ ਤੂੰ ਆਪ ਹੀ ਡਗ ਮਗਾ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। ਕਹਿੰਦੇ ਭਰਮ ਛੱਡ ਦੋ, ਹੁਣ ਪ੍ਰਗਟ ਹੋ ਗਏ, ਹੁਣ ਨੱਚੋ। ਨੱਚਣਾ ਕੀ ਹੁੰਦਾ? ਗਿਆਨ ਦੇਣਾ, ਪ੍ਰਭੂ ਦੀ ਸਿਫਤ ਸਲਾਹ ਕਰਨੀ, ਪ੍ਰਭੂ ਦੀਆਂ ਗੱਲਾਂ ਕਰਨੀਆਂ, ਪ੍ਰਭੂ ਦੇ ਗੁਣ ਗਾਉਣੇ। ਇਹ ਮਾਇਆ ਕੇ ਡਾਂਡੇ। ਤੇ ਦੱਸੋ, ਨਾਲ ਇਹ ਵੀ ਦੱਸੋ ਕਿ ਇਹ ਜੀਵ ਮਾਇਆ ਦੇ ਨਾਲ ਜੁੜੇ ਹੋਏ ਨੇ, ਤੇ ਇੱਦਾਂ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ। ਇਹ ਗਿਆਨ ਦਿਓ, ਜੀਵਾਂ ਨੂੰ ਦੱਸੋ ਵੀ ਇੱਕ ਆਹ ਲੋਕ ਮਾਇਆ ਵਾਲੇ ਦੇ ਨਾਲ ਜੁੜੇ ਨੇ, ਤੇ ਆਹ ਜਿਹੜਾ ਹੈ ਇੱਦਾਂ ਭਰਮ ਦੂਰ ਕਰਕੇ ਆਪਾਂ ਪ੍ਰਭੂ ਨੂੰ ਮਿਲ ਸਕਦੇ ਹਾਂ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸੱਤੀ ਕੇ ਸਾਚਾ ਪਾਂਡੇ। ਹੁਣ ਸਮਝਾਉਂਦੇ ਨੇ ਵੀ ਜਿਹੜੇ ਜੀਵ ਫਿਰ ਉਸ ਪ੍ਰਭੂ ਨੂੰ ਮਿਲ ਲੈਂਦੇ ਨੇ, ਤੇ ਇੱਕ ਪਾਸੇ ਦਿਖਾਵੇ ਵਾਲੇ ਲੋਕ ਹੁੰਦੇ ਨੇ। ਕਹਿੰਦੇ ਉਹ ਸਨਮੁਖ ਨਹੀਂ ਹੁੰਦੇ ਦੂਜੇ ਦੇ, ਕਿਉਂਕਿ ਡਰਦੇ ਨੇ, ਉਹਨਾਂ ਕੋਲ ਉਹ ਗਿਆਨ ਨਹੀਂ ਹੁੰਦਾ। ਇਸ ਕਰਕੇ ਉਹ ਆਪਣੇ ਆਪ ਨੂੰ ਦਿਖਾਉਂਦੇ ਸੱਚੇ ਨੇ ਸਰੀਰਕ ਤੌਰ 'ਤੇ, ਕਿ ਅਸੀਂ ਹਾਂ ਰੱਬ ਨੂੰ ਮਿਲੇ ਹਾਂ। ਜਿਵੇਂ ਆਪਾਂ ਭਾਂਡਾ ਧੋ ਲਈਏ, ਵਿੱਚ ਅੰਦਰ ਗਿਆਨ ਨਹੀਂ ਹੁੰਦਾ। ਇੱਦਾਂ ਹੀ ਜਿਹੜੇ ਫਿਰ ਪ੍ਰਭੂ ਨੂੰ ਮਿਲੇ ਨੇ, ਜਦੋਂ ਗਿਆਨ ਦਿੰਦੇ ਨੇ, ਜਿਵੇਂ ਭਗਤਾਂ ਦੀ ਵਿਚਾਰਾਂ ਹੋਈਆਂ, ਗੋਸ਼ਟ ਹੋਈ ਜੋਗੀਆਂ ਨਾਲ, ਪੰਡਤਾਂ ਨਾਲ, ਗੁਰੂ ਸਾਹਿਬਾਨਾਂ ਦੇ ਹੋਏ, ਫਿਰ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਕਹਿੰਦੇ ਉਹਨਾਂ ਤੋਂ ਫਿਰ ਉਹ ਡਰਦੇ ਨੇ ਜਿਹੜੇ ਬਾਹਰ ਹੀ ਦਿਖਾਵਾ ਕਰਦੇ ਨੇ। ਕਾਮ ਕ੍ਰੋਧ ਮਾਇਆ ਕੇ ਲੀਨੇ, ਇਹ ਬਿਦ ਜਗਤ ਵਿਗੂਤਾ।
ਐਸੇ ਜੀਵ ਨੇ ਜਿਹੜੇ ਬਾਹਰੀ ਦਿਖਾਵਾ ਕਰਦੇ ਨੇ, ਕਹਿੰਦੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮਾਇਆ ਦੇ ਵਿੱਚ ਲੀਨ ਹੋਏ ਨੇ। ਇੱਕ ਨਹੀਂ, ਇਹ ਸਾਰਾ ਸੰਸਾਰ ਹੀ ਇੱਦਾਂ ਜਗਤ ਹੈ ਜਿਹੜਾ ਇਹ ਭੁੱਲਿਆ ਹੈ, ਮਾਇਆ ਦੇ ਵਿੱਚ ਲੀਨ ਹੈ, ਕਿਉਂਕਿ ਪ੍ਰਭੂ ਦਾ ਗਿਆਨ ਨਹੀਂ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਜਗਤ ਦਾ ਰੂਪ ਵਿਗੜ ਗਿਆ ਹੈ, ਖੁਆਰ ਹੋ ਰਿਹਾ ਹੈ, ਮਾਇਆ ਦੇ ਵਿੱਚ ਲੀਨ ਹੈ। ਕਹਾ ਕਬੀਰ ਰਾਜਾ ਰਾਮ ਨਾ ਛੋਡੂ, ਸਗਲ ਉੱਚ ਤੇ ਉੱਚਾ। ਤੇ ਬਾਬਾ ਕਬੀਰ ਸਮਝਾਉਂਦੇ ਨੇ ਵੀ ਅਸੀਂ ਹੁਣ ਸਾਨੂੰ ਗਿਆਨ ਹੋ ਗਿਆ ਹੈ, ਅਸੀਂ ਤਾਂ ਪ੍ਰਗਟ ਹੋ ਕੇ ਦੱਸਦੇ ਹਾਂ ਕਿ ਅਸੀਂ ਤਾਂ ਉਸ ਰਾਜਾ ਰਾਮ ਪਰਮੇਸ਼ਰ ਜੋ ਹੈ ਉਸ ਨੂੰ ਨਹੀਂ ਛੱਡਾਂਗੇ, ਕਿਉਂਕਿ ਉਹ ਤਾਂ ਸਭ ਤੋਂ ਉੱਚਾ ਹੈ, ਸਗਲ ਉੱਚ ਤੇ ਉੱਚਾ। ਤੇ ਉਹ ਫਿਰ ਡਗਮਗਾਉਂਦਾ ਨਹੀਂ, ਉਹ ਦੱਸਦਾ ਹੈ ਸਿੱਧਾ ਕਿ ਅਸੀਂ ਪਰਮੇਸ਼ਰ ਨੂੰ ਮਿਲੇ ਹਾਂ। ਤੇ ਇਹ ਜੀਵ ਜਿਹੜੇ ਨੇ ਇੱਕ ਇੱਧਰ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮਾਇਆ ਦੇ ਵਿੱਚ ਲੀਨ ਨੇ। ਇਹ ਮਾਇਆ ਦੇ ਡਾਂਡੇ ਨੇ, ਬਾਹਰੋਂ ਦਿਖਾਵਾ ਕਰਦੇ ਨੇ ਕਿ ਅਸੀਂ ਜਤ ਸਤ ਹੈ, ਲੇਕਿਨ ਸਰੀਰ ਕਰਕੇ ਹੀ ਦਿਖਾਉਂਦੇ ਨੇ ਆਪਣੇ ਆਪ ਨੂੰ, ਪਰ ਅੰਦਰ ਮਾਇਆ ਲੀਨ ਹੈ। ਜਿਵੇਂ ਆਪਾਂ ਪੜ੍ਹਦੇ ਵੀ ਹਾਂ ਸੁਖਮਨੀ ਸਾਹਿਬ ਦੇ ਵਿੱਚ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਕ ਸਵਾਨ, ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਰਹਿਤਾ। ਬਾਹਰੋਂ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਨੇ, ਲੇਕਿਨ ਅੰਦਰ ਮਾਇਆ ਦਾ ਲੋਕ ਹੈ। ਬਾਬਾ ਕਬੀਰ ਜੀ ਕਹਿੰਦੇ ਹੁਣ ਦੱਸੋ ਜੀਵਾਂ ਨੂੰ ਵੀ ਭਾਈ ਆਹ ਮਾਰਗ ਹੈ, ਇਹ ਲੋਕ ਇੱਦਾਂ ਮਾਇਆ ਦੇ ਗੱਲਾਂ ਕਰਦੇ ਨੇ, ਮਾਇਆ ਚੱਲੀ ਨੇ, ਤੇ ਅਸੀਂ ਪਰਮੇਸ਼ਰ ਨੂੰ ਪਾ ਲਿਆ ਹੈ ਜਿਹੜਾ ਸਭ ਤੋਂ ਉੱਚਾ ਹੈ। ਅਗ ਗੌੜੀ 13 ਰਹੋ ਪੰਕਤੀਆਂ ਨੇ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਤਰੋ ਕੇ ਪਿਆਰ। ਹੁਣ ਬੰਦਗੀ, ਇੱਕ ਬੰਦਗੀ ਨੂੰ ਤੂੰ ਅਪਣਾ ਲਾ, ਉਸ ਪ੍ਰਭੂ ਦੀ ਬੰਦਗੀ ਆਪਣਾ ਜੀਵਨ ਬਣਾ ਲਾ। ਬਸ ਹੋਰ ਆਪਣਾ ਕਰਮ ਨਹੀਂ ਹੈ, ਤੇ ਬੰਦਗੀ ਆਪਾਂ ਕਰਨੀ ਹੈ, ਪ੍ਰਭੂ ਦੀ ਮੌਜ ਹੈ ਕਿ ਸਾਨੂੰ ਕਿੰਨਾ ਕੁ ਪਿਆਰ ਦਿੰਦਾ ਹੈ। ਸਾਹਿਬ ਰੋਸ ਕਰੋ ਕਿ ਪਿਆਰ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਆਪਾਂ ਪੰਚਮ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਬਖਸ਼ੇ ਤਾਂ ਦੇ ਵਡਿਆਈ। ਕਿਉਂਕਿ ਜਦੋਂ ਆਪਾਂ ਪ੍ਰਭੂ ਦੀ ਭਗਤੀ 'ਚ ਕਰਦੇ ਹਾਂ, ਬੰਦਗੀ 'ਚ ਲੱਗਦੇ ਹਾਂ, ਤੇ ਉਹ ਸਾਨੂੰ ਪਰਖਦਾ ਵੀ ਹੈ, ਝਿੜਕਦਾ ਵੀ ਹੈ, ਪਰ ਅਸੀਂ ਉਸ ਬੰਦਗੀ ਨੂੰ ਹੀ ਛੱਡਣੀ ਹੁੰਦੀ, ਉਸ ਨੂੰ ਅਪਣਾ ਲੈਣਾ ਹੈ। ਇੱਕ ਬੰਦਗੀ ਕਰਨੀ ਹੈ, ਇੱਕ ਦੀ, ਪਰਮੇਸ਼ਰ ਦੀ। ਤੇ ਜਦੋਂ ਆਪਾਂ ਕਰਦੇ ਹਾਂ ਤੇ ਫਿਰ ਪ੍ਰਭੂ ਸਾਡੇ 'ਤੇ ਖੁਸ਼ ਹੁੰਦਾ ਹੈ। ਪਰ ਆਪਾਂ ਕਰਨਾ ਕੀ ਹੁੰਦਾ ਹੈ ਕਿ ਅਸੀਂ ਆਪ ਨਹੀਂ ਕਰਨੀ। ਜੋ ਕਰਦੇ ਹਾਂ ਅਸੀਂ ਇਹ ਨਹੀਂ ਸਮਝਣਾ ਵੀ ਅਸੀਂ ਕਰਦੇ ਹਾਂ ਕੁਛ, ਬਸ ਇਹਦੇ ਸਭ ਤੋਂ ਵੱਡਾ ਹੀ ਆ, ਆਪਾਂ ਇਹ ਸਮਝਣਾ ਵੀ ਅਸੀਂ ਨਹੀਂ ਕੁਛ ਕਰ ਸਕਦੇ, ਜੋ ਕਰਾਉਂਦਾ ਤੂੰ ਕਰਵਾਉਂਦਾ ਹੈ। ਬਸ ਜਦੋਂ ਆਪਾਂ ਇਹ ਮੰਗਾਂਗੇ, ਆਪ ਪ੍ਰਭੂ ਸਾਡੇ ਕੋਲੋਂ ਆਪਣਾ ਕਾਰਜ ਆਪ ਕਰਵਾਉਂਦਾ ਹੈ। ਆਪਣੇ ਅੰਦਰ ਇੱਕ ਚੀਜ਼ ਜਿਹੜੀ ਸਭ ਤੋਂ ਵੱਡਾ ਦੁਸ਼ਮਣ ਹੈ ਸਾਡਾ, ਉਹ ਹੈ ਕਰਨ। ਆਪ ਜੀ ਨੇ ਮਹਾਭਾਰਤ ਦੇਖਿਆ ਹੋਵੇਗਾ, ਕਰਨ ਸਭ ਤੋਂ ਪਹਿਲਾਂ ਪੈਦਾ ਹੋ ਜਾਂਦਾ ਹੈ, ਕਿਉਂਕਿ ਇਹ ਕੁੰਠ 'ਚੋਂ ਜਨਮ ਲੈਂਦੇ ਨੇ। ਕੁੰਠ 'ਚੋਂ ਕਿੱਥੇ? ਕੁੰਠ 'ਚੋਂ ਪ੍ਰਗਟ ਹੁੰਦਾ ਹੈ ਕਰਨ। ਇੱਦਾਂ ਹੀ
ਧਰਮ ਮਹਾਭਾਰਤ ਨੂੰ ਦੇਖਾਂਗੇ, ਉਸ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਦੁਸ਼ਮਣ ਅਰਜਨ ਦਾ ਹੁੰਦਾ ਹੈ ਕਰਨ, ਤੇ ਹੋਰ ਕਿਸੇ ਤੋਂ ਖਤਰਾ ਨਹੀਂ ਹੁੰਦਾ ਅਰਜਨ ਨੂੰ। ਤੇ ਕ੍ਰਿਸ਼ਨ ਜੀ ਖੁਦ ਵੀ ਉਹਦੇ ਤੇ ਚਿੰਤਤ ਹੁੰਦੇ ਨੇ ਕਿ ਕਰਨ ਅਰਜਨ ਦਾ ਨੁਕਸਾਨ ਕਰ ਸਕਦਾ ਹੈ। ਲੇਕਿਨ ਕਰਨ ਹੈ ਕਿ ਮਨ ਜਦੋਂ ਇਹ ਸਮਝਦਾ ਵੀ ਮੈਂ ਇਹ ਕਰੂੰਗਾ, ਉਹੀ ਮਨ ਦਾ ਦੁਸ਼ਮਣ ਹੈ। ਆਪਾਂ ਬਾਣੀ ਪੜ੍ਹਾਂਗੇ, ਗੁਰਬਾਣੀ ਪੜ੍ਹ ਕੇ ਦੇਖੂਗੇ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਤੇ ਉਹ ਹਮੇਸ਼ਾ ਇਹ ਕਹਿਣਗੇ ਕਿ ਅਸੀਂ ਨਹੀਂ ਕੀਤਾ, ਤੂੰ ਕਰਵਾਉਣ ਵਾਲਾ ਹੈ। ਜਦੋਂ ਅਸੀਂ ਫਿਰ ਚੱਲਦੇ ਹਾਂ ਇੱਦਾਂ ਪ੍ਰਭੂ ਦੇ ਉਹਦੇ ਵਿੱਚ, ਫਿਰ ਉਹ ਆਪ ਕਰਦਾ ਹੈ। ਇੱਥੇ ਵੀ ਇਹ ਸਮਝਾਉਂਦੇ ਨੇ ਸ਼ਬਦ ਦੇ ਵਿੱਚ, ਫਰਮਾਨ ਤੇਰਾ ਸਿਰੈ ਉੱਪਰ, ਫਿਰ ਨਾ ਕਰਤ ਵਿਚਾਰ। ਵੀ ਉਸ ਪ੍ਰਭੂ ਦਾ ਫਰਮਾਨ ਜਦੋਂ ਸਿਰ ਪਰ ਹੁੰਦਾ ਹੈ, ਫਿਰ ਉਹ ਵਿਚਾਰ ਆਪ ਕਰਵਾਉਂਦਾ ਹੈ, ਅਸੀਂ ਨਹੀਂ ਕਰਦੇ, ਆਪ ਕਰਾਉਂਦਾ ਹੈ। ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੇ ਨਿਸਤਾਰ। ਵੀ ਮੈਂ ਨਹੀਂ ਕੁਛ ਕਰ ਸਕਦਾ, ਤੂੰ ਕਰਨ ਵਾਲਾ ਹੈ। ਤੂੰ ਹੀ ਆਪ ਦਰਿਆ ਵੀ ਹੈ, ਤੂੰ ਸਾਨੂੰ ਕਰਨ ਵਾਲਾ ਵੀ ਹੈ, ਤੇ ਤੋਂ ਹੀ ਨਿਸਤਾਰਾ ਹੋਣਾ ਹੈ, ਅਸੀਂ ਨਹੀਂ ਕਰ ਸਕਦੇ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਲ। ਹੁਣ ਸਮਝਾਉਂਦੇ ਨੇ ਕਿ ਸਾਡਾ ਜਿਹੜਾ ਆਧਾਰ ਹੈ ਮੇਰਾ, ਉਹ ਤੇਰਾ ਨਾਮ ਹੈ। ਹੋਰ ਅਸੀਂ ਕਿਸੇ ਨੂੰ ਆਧਾਰ ਨਹੀਂ ਬਣਾਇਆ, ਸਿਰਫ ਅਸੀਂ ਤੇਰੇ ਨਾਮ ਨੂੰ ਆਧਾਰ ਬਣਾਇਆ, ਤੇਰੀ ਬੰਦਗੀ ਕਰਦੇ ਹਾਂ। ਤੇ ਤੇਰੇ ਆਸਰੇ ਦੁਆਰਾ ਹੀ ਅਸੀਂ ਖੁਸ਼ ਹਾਂ, ਮਨ ਖਿੜਿਆ ਰਹਿੰਦਾ ਹੈ। ਕਹੇ ਕਬੀਰ ਗੁਲਾਮ ਕਰਕਾ, ਜਿਆਏ ਭਾਵੈ ਮਾਰ। ਤੇ ਬਾਬਾ ਕਬੀਰ ਜੀ ਕਹਿੰਦੇ ਅਸੀਂ ਤਾਂ ਹੁਣ ਤੇਰੇ ਘਰ ਦੇ ਗੁਲਾਮ ਹੋ ਗਏ ਹਾਂ, ਗੋਲੇ ਹੋ ਗਏ ਹਾਂ। ਹੁਣ ਚਾਹੇ ਸਾਨੂੰ ਜਿਵਾਲ, ਚਾਹੇ ਸਾਨੂੰ ਮਾਰ, ਪਰ ਅਸੀਂ ਹੁਣ ਤੇਰੀ ਬੰਦਗੀ ਹੀ ਕਰਨੀ। ਤੇਰੇ ਤੋਂ ਬਿਨਾਂ ਅਸੀਂ ਕਿਸੇ ਨੂੰ ਨਹੀਂ ਜੁੜਨਾ। ਅਸੀਂ ਚਾਹੁੰਦੇ ਹਾਂ ਕਿ ਤੇਰੀ ਬੰਦਗੀ ਕਰੀਏ, ਸਾਨੂੰ ਆਪਣੀ ਬੰਦਗੀ ਬਖਸ਼। ਚਾਹੇ ਤੂੰ ਸਾਨੂੰ ਮਾਰ, ਚਾਹੇ ਤੂੰ ਗੁੱਸੇ ਹੋ, ਚਾਹੇ ਤੂੰ ਖੁਸ਼ ਹੋ, ਪਰ ਸਾਡੇ 'ਤੇ ਕਿਰਪਾ ਕਰ, ਸਾਨੂੰ ਆਪਣੀ ਬੰਦਗੀ ਦੇ ਵਿੱਚ ਲਾ। ਜਦੋਂ ਫਿਰ ਆਪਾਂ ਮੰਗਦੇ ਹਾਂ, ਫਿਰ ਉਹ ਬੰਦਗੀ 'ਚ ਲਾਉਂਦਾ ਹੈ। ਕਿਉਂਕਿ ਬੰਦਾ ਕਹੇ ਵੀ ਆਪਾਂ ਬੰਦਗੀ ਕਰਾਂਗੇ, ਜਾਂ ਮੈਂ ਕਹਾਂ ਮੈਂ ਬੰਦਗੀ ਕਰਾਂਗਾ, ਕੋਈ ਬੰਦਗੀ ਨਹੀਂ ਕਰ ਸਕਦਾ। ਬੰਦਗੀ ਕਦੋਂ ਹੁੰਦੀ? ਜਦੋਂ ਪ੍ਰਭੂ ਬੰਦਗੀ ਦੇ ਵਿੱਚ ਲਾਉਂਦਾ ਹੈ, ਜਦ ਆਪਣਾ ਫਰਮਾਨ ਦਿੰਦਾ ਹੈ, ਆਪ ਚਲਾਉਂਦਾ ਹੈ, ਆਪਣਾ ਗੋਲਾ ਬਣਾ ਲੈਂਦਾ ਹੈ। ਫਿਰ ਉਹ ਸਭ ਕੁਛ ਬਣਾ ਦਿੰਦਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤू सर्व कला का ज्ञाता। माधो हम ऐसे तू ऐसा, हम पापी तू पाप खंडन, नीक को ठाकुर देसा। तुम सब साजे साजन बाजे, जियो पिंड दे प्राणा, निर्गुण यारे गुण नहीं कोई, तुम दान दो मेहरबाना। तुम करो भला हम भलो ना जाना। वो प्रभु फिर आप कृपा करता है। ਜਦੋਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਨਹੀਂ ਕੁਝ ਕਰ ਸਕਦੇ, ਫਿਰ ਉਹ ਸਾਨੂੰ ਉੱਜਲ ਕਰ ਦਿੰਦਾ ਹੈ। ਅਸੀਂ ਆਪਣੇ ਆਪ ਨਿਰਗੁਣ ਸਮਝਦੇ ਹਾਂ, ਉਹ ਦਾਤਾ ਹੈ। ਅਸੀਂ ਮੂਰਖ ਸਮਝਦੇ ਹਾਂ, ਉਹ ਚਤੁਰ ਸਿਆਣਾ ਹੈ। ਫਿਰ ਸਾਨੂੰ ਆਪਣੇ ਘਰ ਦਾ ਗੋਲਾ ਬਣਾ ਲੈਂਦਾ ਹੈ। ਇਸ ਕਰਕੇ ਇਹ ਸਮਝਾਉਂਦੇ ਨੇ ਸਤਿਗੁਰੂ ਜੀ ਸਾਨੂੰ, ਬਾਬਾ ਕਬੀਰ ਜੀ, ਕਿ ਆਪਾਂ ਉਸ ਘਰ ਦੇ ਗੁਲਾਮ ਬਣ ਜਾਣਾ, ਗੋਲੇ ਬਣਨਾ ਹੈ।
ਅਸੀਂ ਕਹਿਣਾ ਹੈ ਵੀ ਚਾਹੇ ਸਾਨੂੰ ਰੱਖ ਚਾਹੇ ਮਾਰ, ਪਰ ਅਸੀਂ ਤਾਂ ਹੁਣ ਤੇਰੇ ਹੀ ਗੋਲੇ ਬਣਨਾ ਹੈ, ਤੇਰੀ ਹੀ ਚਾਕਰੀ ਕਰਨੀ ਹੈ, ਤੇਰੀ ਹੀ ਬੰਦਗੀ ਕਰਨੀ ਹੈ। ਅੱਗੇ ਗੌੜੀ ਹੈ, फिर गौड़ी शब्द है रहो पंक्तियां ने, तुम जो कहत हो नंद को नंदन, नंद सुनंदन का कोरे। ਹੁਣ ਇੱਥੇ ਕੋਈ ਜੀਵ ਜਿਹੜਾ ਹੈ, ਕਿਉਂਕਿ ਬਹੁਤ ਸਾਰੇ ਆਪਣੇ ਆਪ ਨੂੰ ਜਨਾਉਂਦੇ ਨੇ, ਜਿਵੇਂ ਆਪਾਂ ਹੁਣ ਵੀ ਦੇਖਦੇ ਹਾਂ, ਕੋਈ ਕਹਿੰਦਾ ਮੈਂ ਬ੍ਰਹਮ ਗਿਆਨੀ ਹਾਂ, ਕੋਈ ਕਹਿੰਦਾ ਮੈਂ ਸੰਤ ਹਾਂ, ਕੋਈ ਕਹਿੰਦਾ ਮੈਂ ਸਾਧੂ ਹਾਂ, ਕੋਈ ਕਹਿੰਦਾ ਮੈਂ ਉਸ ਦਾ ਪਰਮੇਸ਼ਰ ਦਾ ਬੱਚਾ ਹਾਂ, ਨੰਦ ਦਾ ਨੰਦਨ ਹਾਂ। ਤੇ ਫਿਰ ਇੱਥੇ ਬਾਬਾ ਕਬੀਰ ਜੀ ਕਹਿੰਦੇ ਵੀ ਜੇ ਤੂੰ ਨੰਦ ਦਾ ਨੰਦਨ ਹੈ ਤੇ ਉਹ ਕਿਹਦਾ, ਉਹਦਾ ਨੰਦ ਕੌਣ ਹੈ? ਨੰਦ ਸੁਨੰਦਨ ਕਾਕੋਰੇ, ਕਹਿੰਦੇ ਉਹਨੂੰ ਜਨਮ ਦੇਣ ਵਾਲਾ ਕੌਣ ਹੈ, ਉਹਦਾ ਬਾਪ ਕੌਣ ਹੈ? ਜੇ ਤੂੰ ਉਹਦਾ ਪੁੱਤਰ ਹੈ ਤੇ ਉਸ ਦਾ ਬਾਪ ਕੌਣ ਹੈ? ਤਰਨ ਆਕਾਸ਼ ਦਸੋ ਦਿਸ ਨਾਹੀ, ਤਵੇ ਆਨੰਦ ਕਹਾਂ ਫੋਰੇ। ਵੀ ਜਦ ਹਾਲੇ ਕੁਛ ਵੀ ਨਹੀਂ ਸੀ ਹੈ, ਨਾ ਧਰਤੀ ਸੀ ਨਾ ਆਕਾਸ਼ ਸੀ, 10 ਪਾਸੇ ਕੁਛ ਵੀ ਨਹੀਂ ਸੀ, ਫਿਰ ਇਹ ਆਨੰਦ ਕਿੱਥੇ ਤਾਂ ਜਿਹਨੂੰ ਤੂੰ ਕਹਿੰਦਾ ਮੈਂ ਆਨੰਦ ਦਾ ਨੰਦਨ ਹਾਂ। ਕਿਉਂਕਿ ਨਾਮ ਰੱਖ ਲੈਂਦੇ ਸੀ, ਜਿਵੇਂ ਬ੍ਰਾਹਮਣ ਸੀ, ਬ੍ਰਾਹਮਣ ਕਹਿੰਦਾ ਸੀ ਘਰ ਬ੍ਰਾਹਮਣ ਦੇ ਘਰ ਬ੍ਰਾਹਮਣ ਹੀ ਪੈਦਾ ਹੋਇਆ, ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ। ਜੇ ਇੱਕ ਸੰਤ ਹੈ ਤੇ ਉਹਦੇ ਬੱਚੇ ਵੀ ਸੰਤ ਬਣ ਜਾਂਦੇ ਨੇ। ਕਰਨਾ ਕੀ ਹੁੰਦਾ, ਸਿਰਫ ਚੋਲੇ ਹੀ ਪਾਉਣੇ ਨੇ, ਗੱਲਾਂ ਸਿੱਖ ਲੈਂਦੇ ਨੇ। ਲੇਕਿਨ ਇੱਕ ਡਾਕਟਰ ਦਾ ਬੱਚਾ ਆਪਣੇ ਆਪ ਤਾਂ ਡਾਕਟਰ ਨਹੀਂ ਬਣਦਾ, ਕਿਉਂਕਿ ਡਾਕਟਰ ਦਾ ਬੱਚਾ ਉਹ ਸਕੂਲ ਪੜ੍ਹਦਾ ਹੈ, ਪੜ੍ਹਾਈ ਕਰਦਾ ਹੈ, ਕੋਰਸ ਕਰਦਾ ਹੈ, ਤਾਂ ਜਾ ਕੇ ਕਿਤੇ ਡਾਕਟਰ ਬਣਦਾ ਹੈ। ਇੰਜੀਨੀਅਰ ਦਾ ਬੱਚਾ ਪੜ੍ਹਾਈ ਕਰਦਾ ਹੈ, ਯੂਨੀਵਰਸਿਟੀਆਂ ਜਾਂਦਾ ਹੈ, ਫਿਰ ਜਾ ਕੇ ਇੰਜੀਨੀਅਰ ਬਣਦਾ ਹੈ। ਉਹ ਘਰ ਬੈਠੇ ਹੀ ਸੰਤ ਦਾ ਬੱਚਾ ਘਰ ਬੈਠੇ ਹੀ ਸੰਤ ਬਣ ਜਾਂਦਾ ਹੈ। ਇੱਦਾਂ ਹੀ ਆਪਣੇ ਆਪ ਨੂੰ ਆਨੰਦ ਕਹਾ ਲੈਂਦੇ, ਫਿਰ ਅੱਗੇ ਉਹ ਕਹਿੰਦਾ ਮੈਂ ਆਨੰਦ ਦਾ ਪੁੱਤਰ ਹਾਂ। ਅਤੇ ਫਿਰ ਉਹ ਸਮਝਾਉਂਦੇ ਨੇ ਕਿ ਕਿਹੜਾ ਆਨੰਦ, ਕਿਸ ਆਨੰਦ ਦੀ ਤੂੰ ਗੱਲ ਕਰਦਾ, ਕਿੱਥੇ ਤਾਂ ਇਹ ਆਨੰਦ ਜਦ ਹਾਲੇ ਕੋਈ ਵੀ ਇਸ ਸੰਸਾਰ 'ਚ ਕੁਛ ਵੀ ਨਹੀਂ ਸੀ, ਨਾ ਧਰਤੀ ਸੀ ਨਾ ਆਕਾਸ਼ ਸੀ, ਕੁਛ ਵੀ ਤਾਰੇ ਪਾਸੇ, ਕਿਉਂਕਿ ਇੱਥੇ ਪ੍ਰਕਾਸ਼ ਹੀ ਸੀ। ਕਿੱਥੇ ਸੀ ਉਹ ਜਿਹਦਾ ਤੂੰ ਆਪਣੇ ਆਪ ਨੂੰ ਪੁੱਤਰ ਕਹਾਉਂਦਾ ਹੈ? 184 ਜੀ ਜੋਨ ਮੈਂ ਪਰਮਤ ਆਨੰਦ ਬਹੁਤ ਥਾਕੋਰੇ। ਕਹਿੰਦੇ ਤੂੰ ਤਾਂ 84 ਲੱਖ ਜੂਨ ਦੇ ਵਿੱਚ ਭਟਕਦਾ ਹੈ, ਥੱਕਿਆ ਪਿਆ ਹੈ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਬੜੋ ਬਪਰੂ ਕਾਰੇ। ਤੇ ਹੁਣ ਤਾਂ ਅਵਤਾਰ ਹੋ ਗਿਆ ਹੈ ਭਗਤੀ ਵਾਸਤੇ, ਉਹ ਵੀ ਵੱਡੇ ਭਾਗਾਂ ਦੇ ਨਾਲ। ਕਿਉਂਕਿ ਜਦੋਂ ਥੱਕ ਜਾਂਦਾ ਹੈ ਜੀਵ, ਭਗਤੀ ਕਰ ਜੀਵਨ ਪਰਖਦਾ ਫਿਰ ਮਾਲਕ ਜਦੋਂ ਖੁਸ਼ ਹੁੰਦਾ ਹੈ, ਫਿਰ ਉਸ ਨੂੰ ਮਨੁੱਖਾ ਜਨਮ ਦੇ ਕੇ ਤੇ ਨਾਲ ਉਸ ਨੂੰ ਗਿਆਨ ਕਰਵਾ ਦਿੰਦਾ ਹੈ। ਪਰ ਕਿਹਨੂੰ? ਬੜਭਾਗੇ ਨੂੰ, ਉਹਦੇ ਵੱਡੇ ਭਾਗ ਪਾ ਦਿੰਦਾ ਹੈ। ਕਿਉਂਕਿ ਪਾਉਂਦਾ ਕੌਣ ਹੈ? ਕਿਸ ਨੇ ਪਾਉਣੇ ਨੇ? ਪ੍ਰਭੂ ਨੇ ਪਾਉਣੇ ਨੇ। ਭਾਗ ਬੜੋ ਬਪਰਾ ਕੋ, ਵਿਚਾਰੇ ਦੇ ਭਾਗ ਵੱਡੇ ਪ੍ਰਭੂ ਲਿਖ ਦਿੰਦਾ ਹੈ, ਕਿਸਮਤ ਜਾਗ ਪੈਂਦੀ ਹੈ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਹੁਣ ਇੱਥੇ ਸਰੀਰ ਕਰਕੇ ਕੋਈ ਪਰਮੇਸ਼ਰ ਦਾ ਪੁੱਤਰ ਨਹੀਂ ਹੈ, ਸਭ ਤੋਂ ਵੱਡੀ ਜਿਹੜੀ ਗੱਲ ਹੈ। ਕਿਉਂਕਿ ਨੰਦਕ ਕਿਹਨੂੰ ਕਹਿ ਦਿੱਤਾ? ਨੰਦਨ ਪੁੱਤਰ ਨੂੰ। ਨੰਦ ਕਹਿ ਦਿੱਤਾ ਪਰਮੇਸ਼ਰ ਨੂੰ। ਜਿਹੜਾ ਸਰੀਰ ਹੈ, ਸਰੀਰ ਕਰਕੇ ਕੋਈ ਪਰਮੇਸ਼ਰ ਦਾ ਪੁੱਤਰ ਨਹੀਂ ਹੈ। ਕਿਸ ਦੇ ਪੁੱਤਰ ਹੈ? ਮਾਇਆ ਦੇ। ਸਰੀਰ ਹੈ ਹੀ ਮਾਇਆ, ਕਿਉਂਕਿ ਮਾਇਆ ਤੋਂ ਮਾਇਆ ਪੈਦਾ ਹੁੰਦੀ ਹੈ, ਮਾਇਆ ਤੋਂ ਮਾਇਆ ਜਨਮ ਲੈਂਦੀ ਹੈ।
ਤੇ ਮਨ ਸਾਡਾ ਜਿਹੜਾ ਹੈ ਪ੍ਰਕਾਸ਼ ਜੋਤ ਹੈ। ਉਹ ਜਦੋਂ ਜੋਤ ਪ੍ਰਗਟ ਹੋ ਜਾਂਦੀ ਹੈ, ਉਹ ਫਿਰ ਉਸ ਪ੍ਰਭੂ ਦਾ, ਕਿਉਂਕਿ ਉਸ ਦੀ ਅੰਸ਼ ਹਾਂ, ਉਸ ਨੂੰ ਫਿਰ ਉਸ ਪ੍ਰਭੂ ਦਾ ਪੁੱਤਰ ਕਹਿ ਦਿੱਤਾ ਹੈ। ਮਨ ਨੂੰ ਜਦੋਂ ਮਨ ਦੀ ਜੋਤ ਪ੍ਰਗਟ ਹੋ ਜਾਂਦੀ, ਮਨ ਪ੍ਰਕਾਸ਼ ਰੂਪ ਹੋ ਜਾਂਦਾ, ਖਾਲਸ ਰੂਪ ਹੋ ਜਾਂਦਾ ਹੈ, ਉੱਥੇ ਜਾ ਕੇ ਫਿਰ ਆਪਾਂ ਪੜ੍ਹਾਂਗੇ, ਗ੍ਰੰਥਾਂ ਨੂੰ ਪੜ੍ਹਾਂਗੇ। ਜੇ ਬਾਈਬਲ ਪੜ੍ਹਾਂਗੇ, ਬਾਈਬਲ ਦੇ ਵਿੱਚ ਵੀ ਜੀਸਸ ਕਹਿ ਰਿਹਾ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ। ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਦਸਮ ਪਾਤਸ਼ਾਹ ਜੀ ਵੀ ਕਹਿ ਰਹੇ ਨੇ ਕਿ ਪ੍ਰਭੂ ਨੇ ਮੈਨੂੰ ਆਪਣਾ ਪੁੱਤਰ ਸਾਜਿਆ ਹੈ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਸੋ ਇਸ ਕਰਕੇ ਮਨ ਕਰਕੇ ਹੈ, ਪਰ ਉਸ ਸਰੀਰਾਂ ਨੂੰ ਕਹਿ ਦਿੰਦੇ ਨੇ ਜੀ ਵੀ ਅਸੀਂ ਤਾਂ ਉਸ ਦੇ ਨੰਦਨ ਹਾਂ, ਆਨੰਦ ਦੇ ਨੰਦਨ ਹਾਂ। ਤੇ ਹੁਣ ਇੱਥੇ ਸਮਝਾ ਰਹੇ ਨੇ, ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾ ਕੋਰੇ। ਕਹਿੰਦੇ ਉਹ ਤਾਂ ਜੂਨਾ ਚ ਆਉਂਦਾ ਹੀ ਨਹੀਂ, ਇਸ ਸੰਕਟ ਚ ਪੈਂਦਾ ਹੀ ਨਹੀਂ। ਜਿਹਨੂੰ ਨਿਰੰਜਨ ਹੈ, ਜੋ ਜਿਹਦਾ ਨਾਮ ਨਿਰੰਜਨ ਹੈ, ਜਿਹਨੂੰ ਆਪਾਂ ਨੰਦਨ ਕਹਿ ਦਿੰਦੇ ਹਾਂ, ਆਨੰਦ ਕਹਿ ਦਿੰਦੇ ਹਾਂ, ਕਹਿੰਦੇ ਉਹ ਤਾਂ ਨਾ ਜੂਨਾ ਚ ਆਉਂਦਾ, ਸੰਕਟ ਚ ਪੈਂਦਾ ਹੀ ਨਹੀਂ ਹੈ। ਸੰਕਟ ਨਾਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋਰੇ। ਕਹਿੰਦੇ ਸਾਡਾ ਤਾਂ ਸੁਆਮੀ ਐਸਾ ਹੈ, ਸਾਡਾ ਮਾਲਕ ਤਾਂ ਐਸਾ ਹੈ, ਠਾਕੁਰ ਐਸਾ ਹੈ, ਨਾ ਉਹਦਾ ਕੋਈ ਮਾਂ ਹੈ, ਨਾ ਉਹਦਾ ਕੋਈ ਬਾਪ ਹੈ। ਜਿਵੇਂ ਦਸਮ ਪਾਤਸ਼ਾਹ ਜੀ ਆਪਾਂ ਨੂੰ ਜਾਪ ਸਾਹਿਬ ਵਿੱਚ ਵੀ ਸਮਝਾਉਂਦੇ ਨੇ, ਨਾ ਤਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤਾ ਹੈ। ਨਿਰਸਾਕੰ ਸ਼ਰੀਕ ਹਾਮਿ ਤੋ ਹਮੀ ਕਹਿ, ਸदैवं ਪ੍ਰਭਾ ਹੈ ਅਜੈ ਹੈ ਅਜੈ। ਇਸ ਕਰਕੇ ਜੀਵ ਜਿਹੜੇ ਆਪਣੇ ਆਪ ਨੂੰ ਕੁਛ ਜਣਾਉਂਦੇ ਸੀ, ਵਸਤਰ ਪਾ ਲੈਂਦੇ, ਕਿਉਂਕਿ ਉਹ ਵੀ ਲੜੀ ਚੱਲਦੀ ਹੈ, ਆਪਣੇ ਆਪ ਨੂੰ ਪੰਡਤ ਬ੍ਰਾਹਮਣ ਇੱਦਾਂ ਦਿਖਾਉਂਦੇ ਸੀ ਵੀ ਅਸੀਂ ਤਾਂ ਉਸ ਪਰਮੇਸ਼ਰ ਦੇ ਪੁੱਤਰ ਹਾਂ। ਫਿਰ ਉਹਨਾਂ ਜੀਵਾਂ ਦੇ ਨਾਲ ਇਹ ਵਿਚਾਰ ਹੁੰਦੀ ਹੈ ਕਿ ਸਰੀਰ ਕਰਕੇ ਕੋਈ ਪੁੱਤਰ ਨਹੀਂ ਹੈ, ਆਪਾਂ ਕੌਣ ਹਾਂ? ਮਨ ਕਰਕੇ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ, ਫਿਰ ਆਪਾਂ ਕੌਣ ਹਾਂ? ਕਹਿ ਕਬੀਰ ਰਾਮ ਕੀ ਅੰਸ਼। ਅੰਸ਼ ਕਿਹਨੂੰ ਕਹਿ ਦਿੰਦੇ? ਜਿਹੜੀ ਉਹਨਾਂ ਦੀ ਪੀੜੀ ਹੁੰਦੀ ਹੈ, ਉਹ ਵੰਸ਼ ਕਹਿ ਦਿੰਦੇ। ਇਸ ਕਰਕੇ ਉੱਥੇ ਫਿਰ ਮਨ ਕਰਕੇ ਆਪਾਂ ਉਸ ਪ੍ਰਭੂ ਦੇ ਬੱਚੇ ਹਾਂ। ਉੱਥੇ ਕਿਹਾ ਗੁਰੂ ਸਾਹਿਬਾਨਾਂ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਪਰ ਕਦੋਂ? ਜਦੋਂ ਮਨ ਪ੍ਰਕਾਸ਼ ਹੋ ਗਿਆ। ਮਨ ਨੂੰ ਪ੍ਰਕਾਸ਼ਿਤ ਕੌਣ ਵਾਲਾ ਕੌਣ ਹੈ? ਪ੍ਰਗਟ ਕੌਣ ਵਾਲਾ? ਪਰਮੇਸ਼ਰ। ਮਨ ਕਿਸ ਤੋਂ ਪੈਦਾ ਹੋਇਆ? ਪਰਮੇਸ਼ਰ ਤੋਂ। ਇਸ ਕਰਕੇ ਪਰਮੇਸ਼ਰ ਸਾਡਾ ਮਾਤਾ ਪਿਤਾ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ। ਸੋ ਇਸ ਕਰਕੇ ਆਪਾਂ ਨੂੰ ਮਨ ਦਾ ਪਿਤਾ ਪਰਮੇਸ਼ਰ ਹੈ, ਮਨ ਦਾ ਮਾਤਾ ਪਰਮੇਸ਼ਰ ਹੈ, ਤਨ ਦਾ ਮਾਤਾ ਪਿਤਾ ਸੰਸਾਰ ਦੇ ਵਿੱਚ ਨੇ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ ਉਸ ਪ੍ਰਭੂ ਨੂੰ, ਜਿੱਥੇ ਜੋਤ ਨੇ ਜੋਤ 'ਚ ਮਿਲਣਾ ਹੈ। ਉਸ ਪ੍ਰਭੂ ਦੇ ਦਰਸ਼ਨ ਕਰਨੇ ਨੇ, ਜਿੱਥੇ ਮਨ ਨੂੰ ਮਨ ਮੋਹ ਲੈਂਦਾ ਹੈ, ਅਤੇ ਜਿੱਥੇ ਮਨ ਸਾਡਾ ਉਸ ਪ੍ਰਭੂ ਦੇ ਨਾਲ ਜੁੜਦਾ ਹੈ। ਆਲਾ ਦਾਲਾ ਛੱਡ ਕੇ ਆਪਾਂ ਕਿੱਥੇ ਜਾਣਾ ਹੁੰਦਾ ਹੈ? ਧਿਆਨ ਨੂੰ ਆਲੇ ਦੁਆਲੇ ਰੋਕ ਕੇ, ਕਿਉਂਕਿ ਆਲੇ ਦੁਆਲੇ ਤੁਲਸੀ ਦੇ ਬਿਰਬੇ ਨੇ, ਦਰਖਤ ਨੇ, ਸਰੀਰ, ਆਪਾਂ ਨੂੰ ਸੰਸਾਰ ਨਜ਼ਰ ਆਉਂਦਾ ਹੈ। ਪਰ ਆਪਾਂ ਇਹ ਸਾਰਾ ਛੱਡ ਕੇ ਆਪਾਂ ਕਿੱਥੇ ਜਾਣਾ? ਇਹਦੇ ਮੱਧ 'ਚ, ਜਿੱਥੇ ਕ੍ਰਿਸ਼ਨ ਜੀ, ਜਿੱਥੇ ਸਾਡੀ ਆਤਮਾ ਦਾ ਵਾਸਾ ਹੈ। ਕ੍ਰਿਸ਼ਨ ਕਿਹਨੂੰ ਕਿਹਾ? ਆਤਮਾ ਨੂੰ। ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾ ਤਾਂ ਆਤਮਾ। ਸੋ ਕਿਵੇਂ ਜਾਣਾ ਹੈ? ਆਪਾਂ ਨੇ ਦੋਨਾਂ ਨੇਤਰਾਂ ਨੂੰ ਪੰਥ ਨਿਹਾਰਨਾ, ਜਿਵੇਂ ਆਪਾਂ ਕਿਹਾ, ਲੋਚਾਂ ਦੇ ਨਾਲ, ਨੇਤਰਾਂ ਦੇ ਨਾਲ ਮਨ ਦੇ ਵਿੱਚ ਉਸ ਪ੍ਰਭੂ ਦੇ ਦਰਸ਼ਨਾਂ ਦੀ ਆਸ ਰੱਖ ਕੇ, ਪਿਆਸ ਦੇ ਨਾਲ ਉਸ ਦਰ 'ਤੇ ਜਾਣਾ ਹੈ। ਦੌੜਨਾ ਨਹੀਂ, ਉੱਧਰ ਨਹੀਂ ਜਾਣਾ। ਉਰ ਨਹੀਂ ਪੀ ਗਏ ਪਗ ਨਾ ਖਿਸਾ, ਹਰ ਦਰਸ਼ਨ ਕੀ ਆਸਾਂ।
ਹੁਣ ਆਪਾਂ ਕਿਵੇਂ ਕਰਨਾ ਹੈ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਰਸਤੇ ਦਾ ਸੱਜਾ ਵੀ ਛੱਡ ਦੇਣਾ, ਖੱਬਾ ਵਿਚਾਲੇ ਆਉਣਾ ਹੈ ਅਤੇ ਇੱਥੇ ਸਮ ਕਰਨਾ ਹੈ। ਪਹਿਲਾਂ ਇੱਥੇ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਜਿੰਨੀ ਦੇਰ ਸਾਨੂੰ ਆਪਣਾ ਇਹ ਫੇਸ ਜਿਹੜਾ ਆ ਰੂਪ ਹੈ ਆਪਾਂ ਦੇਖਾਂਗੇ, ਇੱਥੇ ਸਾਨੂੰ ਇੱਥੇ ਕਾਲਾ ਰੰਗ ਦਿਸੇਗਾ, ਇੱਕ ਗੇਰੂਆ ਰੰਗ ਦਿਸੇਗਾ ਆਪਣਾ ਨੱਕ, ਅਤੇ ਆਪਾਂ ਨੂੰ ਇਹ ਦਿਸਣਾ ਨਹੀਂ ਚਾਹੀਦਾ। ਆਪਾਂ ਜਦੋਂ ਇੱਕ ਦ੍ਰਿਸ਼ਟ ਹੋ ਜਾਵਾਂਗੇ, ਆਪਾਂ ਨੂੰ ਆਪਣਾ ਇਹ ਨਹੀਂ ਦਿਸੇਗਾ, ਕਿਉਂਕਿ ਜਦ ਇਹ ਹਟ ਜਾਏਗਾ ਉਸ ਤੋਂ ਬਾਅਦ ਆਪਾਂ ਆਪਣੇ ਘਰ ਦੇ ਵਿੱਚ ਜਾ ਸਕਦੇ ਹਾਂ। ਉਡੋ ਨੱਕਾ ਗਾਕਾਰੇ, ਬੇਗ ਮਿਲੀ ਜਾ ਆਪਣੇ ਰਾਮ ਪਿਆਰੇ। ਸੋ ਇਸ ਤਰੀਕੇ ਨਾਲ ਆਪਾਂ ਦੋਨਾਂ ਨੇਤਰਾਂ ਨੂੰ ਇੱਥੇ ਸਮ ਕਰਕੇ ਆਪਾਂ ਇਹ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਜੇਕਰ ਸਾਨੂੰ ਆਪਣਾ ਉਹ ਰੂਪ ਦਿਸਦਾ ਹੈ, ਆਪਾਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ, ਉੱਥੇ ਸਾਡੀ ਕਾਂ ਬਿਰਤੀ ਹੈ, ਕਾਂ ਬਿਰਤੀ ਹੈ। ਅਤੇ ਇੱਥੇ ਸੁਨ ਸਰੋਵਰ ਹੈ, ਜਿਵੇਂ ਆਪਾਂ ਸੁਣਿਆ ਹੋਵੇਗਾ ਤੁਸੀਂ ਕਿ ਹਰਿਮੰਦਰ ਸਾਹਿਬ ਜਿੱਥੇ ਬਣਿਆ ਹੈ ਕਿ ਇੱਥੇ ਪਹਿਲਾਂ ਕੋਈ ਤਲਾਅ ਸੀ, ਜਿਹਦੇ ਵਿੱਚ ਕਾਂ ਚੁੱਭੀ ਲਾਉਂਦੇ ਸੀ, ਕਾਲੇ ਕਾਂ ਅਤੇ ਚਿੱਟੇ ਹੋ ਨਿਕਲਦੇ ਸੀ, ਜਿੱਥੇ ਆਪਾਂ ਰਜਨੀ ਦਾ ਪ੍ਰਸੰਗ ਵੀ ਸੁਣਦੇ ਹਾਂ। ਬੀਬੀ ਰਜਨੀ ਦਾ, ਕਿ ਜਿਸ ਨੂੰ ਇੱਕ ਕੋੜੀ ਦੇ ਨਾਲ ਵਿਆਹਤਾ ਸੀ। ਕੋੜੀ ਖਿਸਕਦਾ ਖਿਸਕਦਾ ਉਸ ਤਲਾਅ ਦੇ ਵਿੱਚ, ਛੱਪੜ ਦੇ ਵਿੱਚ ਚਲੇ ਗਿਆ ਸੀ, ਤਲਾਅ ਦੇ ਵਿੱਚ, ਅਤੇ ਉਸ ਦਾ ਸਾਰਾ ਕੋੜ ਖਤਮ ਹੋ ਗਿਆ ਸੀ, ਤੰਦਰੁਸਤ ਹੋ ਗਿਆ ਸੀ। ਅਤੇ ਜਦੋਂ ਬੀਬੀ ਰਜਨੀ ਆਈ ਅਤੇ ਕਹਿੰਦੀ ਵੀ ਤੂੰ ਮੇਰਾ ਪਤੀ ਨਹੀਂ, ਉਹ ਤਾਂ ਕੋੜੀ ਸੀ। ਕੋਈ ਹੱਥ ਉਹ ਬਾਹਰ ਰਹਿ ਗਿਆ ਸੀ ਜਿਹੜਾ ਠੀਕ ਨਹੀਂ ਸੀ ਹੋਇਆ, ਉਹ ਕੋੜ ਦਿਖਾਇਆ ਵੀ ਹਾਂ ਦੇਖ ਮੈਂ ਉਹੀ ਹਾਂ। ਇੱਦਾਂ ਹੀ ਇਸ ਸੁਨ ਸਰੋਵਰ ਹੈ, ਅੰਮ੍ਰਿਤ ਸਰੋਵਰ ਹੈ। ਜਦੋਂ ਆਪਾਂ ਇਸ ਵਿੱਚ ਡੁਬਕੀ ਲਾਉਂਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਮਨ ਕਾਂ ਤੋਂ ਹੰਸ ਬਣ ਜਾਂਦਾ ਹੈ। ਆਪਾਂ ਕਿਵੇਂ ਲਾਉਣੀ ਹੈ ਇਹ ਸਮਝਣਾ ਹੈ। ਜੇ ਕੋਈ ਨਵਾਂ ਜੀਵ ਹੈ, ਵੈਸੇ ਤਾਂ ਜਿਹੜੇ ਤੇ ਆਉਂਦੇ ਨੇ ਉਹਨਾਂ ਦਾ ਮੁੱਖ ਉਜਲ ਹੈ, ਪ੍ਰਕਾਸ਼ ਹੈ। ਕੋਈ ਨਵਾਂ ਜੀਵ, ਉਸਨੇ ਸਮਝਣਾ ਹੈ ਜਦੋਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ, ਆਪਾਂ ਇਹ ਦੇਖਣਾ ਹੈ ਕਿ ਸਾਨੂੰ ਆਪਣਾ ਨੱਕ ਦਿਸ ਰਿਹਾ ਜਾਂ ਨਹੀਂ। ਕਿਉਂਕਿ ਜੇ ਦਿਸਦਾ, ਆਪਾਂ ਦੋ ਦ੍ਰਿਸ਼ਟੀ ਦੇ ਵਿੱਚ ਸਾਡੀ ਕਾਂ ਬਿਰਤੀ ਹੈ, ਅਤੇ ਇਹ ਦੇਖਣਾ ਵੀ ਕਿਸ ਪਾਸਿਓਂ ਦਿਸਦਾ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ ਦਵੱਲੇ, ਇੰਨਾ ਆਪਾਂ ਦੇਖਣਾ ਹੈ। ਜਾਂ ਨਹੀਂ ਦਿਸਦਾ, ਜੇ ਇੱਕ ਦ੍ਰਿਸ਼ਟ ਆ ਫਿਰ ਨੱਕ ਨਹੀਂ ਦਿਸੇਗਾ। ਫਿਰ ਇੱਥੇ ਦੇਖ ਲਓ ਮੇਰੇ ਵੱਲ ਕਿਵੇਂ ਕਰਨਾ। ਇਸ ਪੁਆਇੰਟ 'ਤੇ ਆਪਣੇ ਆਪ ਨੂੰ ਧਿਆਨ ਲਾ ਕੇ ਦੇਖਣਾ ਹੈ। ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ, ਇਹ ਦਿਸਦਾ ਕਿਸ ਪਾਸੇ, ਸੱਜੇ ਖੱਬੇ ਜਾਂ ਵਿਚਾਲੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਅਤੇ ਇੱਥੋਂ ਆਪਾਂ ਕੀ ਕਰਨਾ, ਸਾਹਮਣੇ ਦੇਖਣਾ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ, ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਸਮ ਕਰਕੇ ਦੇਖਣਾ ਹੈ ਆਪਣੇ ਆਪ ਨੂੰ। ਜੇ ਕੋਈ ਨਵਾਂ ਜੀਵ, ਜੇ ਕਿਸੇ ਨੂੰ ਨੱਕ ਦਿਸਦਾ ਸੀ ਪਹਿਲਾਂ, ਉਸਨੇ ਵਾਪਸ ਆ ਕੇ ਦੇਖਣਾ ਹੈ। ਪੂਰੇ ਵਿਸ਼ਵਾਸ ਨਾਲ ਆਪਾਂ ਧਿਆਨ ਲਗਾਉਣਾ ਹੈ ਅਤੇ ਫਿਰ ਦੇਖਣਾ ਹੈ ਉਹ ਇੱਕ ਦ੍ਰਿਸ਼ਟ ਹੋ ਜਾਏਗਾ, ਉਸ ਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਉਸ ਤੋਂ ਬਾਅਦ ਫਿਰ ਆਪਾਂ ਦਰਸ਼ਨ ਕਰ ਸਕਦੇ ਪ੍ਰਭੂ ਦੇ, ਕਿਉਂਕਿ ਜਿੰਨੀ ਦੇਰ ਉਹ ਅਵਸਥਾ ਆਪਾਂ ਨੂੰ ਮਾਲਕ ਦੇ ਦਰਸ਼ਨ ਨਹੀਂ ਹੋ ਸਕਦੇ। ਸੋ ਆਓ ਨੇਤਰ ਸਮ ਕਰਕੇ ਦੇਖੋ ਆਪਣੇ ਆਪ ਨੂੰ, ਆਪਣੀ ਅਵਸਥਾ ਨੂੰ ਦੇਖੋ, ਆਪਣੇ ਆਪ ਦੀ ਪਹਿਚਾਣ ਕਰੋ।
ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ, ਸਨਮੁਖ ਦਿਸਦਾ ਹੈ ਕਿ ਨਹੀਂ ਦਿਸਦਾ, ਜੇ ਦਿਸਦਾ ਕਿਸ ਪਾਸੇ ਦਿਸਦਾ ਹੈ। सामने लेके आइए ध्यान, सामने देखो। मस्तक दे सामने ले जाओ, पलका उत्ते चुक। फिर सामने लेके आइए। फिर नक ते सम करिए। हम देखो अपने आप को, जो कोई नवा जीव है वो देखो, जो नक दिसता सी पहला हट गया, तो बाकी अपने प्रकाश रूप में देखो। नीचे लै जाओ ध्यान, बिल्कुल रिलैक्स। थले जो भी आप बैठे अगे विछया है कपड़ा फर्श जो है उस तो थोड़ा ऊपर आप देखने की कोशिश करनी है। इत्थे सानू प्रकाश अनुभव होना शुरू हो जाएगा, जिमें पानी दियां लहरां चलदियां ने, इदा प्रकाश की एक हलचल अनुभव होनी शुरू हो जाए।
और सम करके देखो अपने आप ਨੂੰ, दृष्टि सम करके अपने आप ਨੂੰ देखो जी। फिर नीचे ले जाओ ध्यान, फिर सम करके अपने आप ਨੂੰ देखिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ ਆਪਾਂ ਇਸ ਦਰ 'ਤੇ ਬੈਠ ਕੇ ਰਸਤੇ 'ਤੇ ਮਾਲਕ ਦੇ ਦਰਸ਼ਨਾਂ ਦੀ ਉਡੀਕ ਕਰਨੀ ਹੈ। ਜਿਵੇਂ ਆਪਾਂ ਵਿਚਾਰ ਕੇ ਆਏ ਹਾਂ ਕਿ ਪੰਥ ਨਿਹਾਰੇ ਕਾਮਨੀ, ਕਿ ਪੰਥ ਰਸਤਾ ਵੱਲ ਦੇਖਦੀ ਰਹਿੰਦੀ, ਕਾਮਨ देखती है रस्ते वाल देखती रहती है जिधरों उसके पति ने आना हुंदा है। इदा ही आपां उस प्रभु दे दर्शनां दे वास्ते इस रस्ते ते देखते रहना है, पर आशा रखनी है उस प्रभु दे दर्शनां दी। पंथ निहारे कामनी लोचन भरी ले ਉਸ ਆਸਾ, ਨੇਤਰਾਂ ਦੇ ਵਿੱਚ ਆਸ ਹੁੰਦੀ ਪ੍ਰਭੂ ਦਰਸ਼ਨ ਪ੍ਰਤੀ ਦੇਖਦੀ ਹੈ ਰਸਤੇ ਵੱਲ ਆਉਂਦੇ ਨੂੰ। ਇੱਦਾਂ ਹੀ ਆਪਾਂ ਪ੍ਰਭੂ ਦੇ ਦਰਸ਼ਨਾਂ ਦੀ ਆਸ ਰੱਖਣੀ ਹੈ, ਪਰ ਇਸ ਰਸਤੇ ਨੂੰ ਦੇਖਦੇ ਰਹਿਣਾ ਹੈ ਸਾਹਮਣੇ, ਤੇ ਇੱਥੇ ਹੀ ਸਾਨੂੰ ਦਰਸ਼ਨ ਹੋ ਜਾਂਦੇ ਨੇ। ਪੂਰਨਾ ਪੀਜੈ ਪਗਨਾ ਕੀਸੈ, ਹਰ ਦਰਸ਼ਨ ਕੀ ਹਸ।
ਸੋ ਆਓ ਇਹ ਤਰੀਕਾ ਹੈ, ਵਿਧੀ ਹੈ, ਇੱਕ ਦ੍ਰਿਸ਼ਟ ਹੋ ਕੇ ਆਪਾਂ ਦੇਖਾਂਗੇ ਤੇ ਦਰਸ਼ਨ ਹੋਣਗੇ, ਹੋ ਰਹੇ ਨੇ। ਜੋ ਵੀ ਕਰੇਗਾ ਐਸਾ ਕੋਈ ਨਹੀਂ ਜਿਹਨੂੰ ਦਰਸ਼ਨ ਨਹੀਂ ਹੋਣਗੇ, ਜਿਹਨੂੰ ਪ੍ਰਭੂ ਮੁਕਤੀ ਨਹੀਂ ਦਿੰਦਾ, ਪਰ ਜਿਹੜਾ ਇਹ ਜਾਂਦਾ ਹੈ ਉਸ ਮਨ ਦੇ ਵਿੱਚ ਆਸਾ ਰੱਖਦਾ ਹੈ ਦਰਸ਼ਨਾਂ ਦੀ, ਤੇ ਦਰ ਤੇ ਬੈਠ ਕੇ ਦੇਖਦਾ ਹੈ, ਆਪਣੇ ਸੁਆਮੀ ਦਾ ਦਰ ਨਹੀਂ ਛੱਡਦਾ। ਜਿਵੇਂ ਆਪਾਂ ਨੂੰ ਉਦਾਹਰਨ ਦਿੱਤੀ ਹੈ ਕੁੱਤੇ ਦੀ, ਸੁਆਮੀ ਕੋ ਗ੍ਰਹਿਜੂ ਸਦਾ ਸਵਾਨ ਤਜਤਨੇ ਨਿਤ, ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿਤ। ਸੋ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।